ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਰੂਹੀ ਜੀ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਈਏ ਤੇ ਸਾਡਾ ਅਗਲਾ ਪ੍ਰੋਗਰਾਮ ਕੀ ਹੈ? ਅਖਬਾਰ ਹਾਜ਼ਰ ਹੈ ਤੇ ਜਿਹੜੇ ਸਾਡੇ ਦਰਸ਼ਕ ਹੁਣ ਸਾਡੇ ਨਾਲ ਪ੍ਰੋਗਰਾਮ ਵਿੱਚ ਲਾਈਵ ਜੁੜਨਾ ਚਾਹੁੰਦੇ ਨੇ ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰਸ ਤੇ ਹੁਣ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਤੇ ਰੋਹਿਤ ਜੀ, ਅੱਜ ਦੇ ਅਸੀਂ ਖਬਰਾਂ ਤੇ ਝਾਤ ਮਾਰੀ। ਅੱਜ ਦੀਆਂ ਖਬਰਾਂ ਜੋ ਕਹਿ ਰਹੀਆਂ ਨੇ, ਉਹ ਸਭ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਉਹ ਰੁਜ਼ਗਾਰ ਦੇ ਮੋਰਚੇ ਤੇ ਐਕਸ਼ਨ 'ਚ ਪੀਐਮ ਮੋਦੀ ਨੌਕਰੀ ਦੀਆਂ ਸੰਭਾਵਨਾ ਲੱਭਣ ਦੇ ਦਿੱਤੇ ਜਿਹੜੇ ਨੇ ਹੁਕਮ ਦਿੱਤੇ ਨੇ। ਪੀਐਮ ਮੋਦੀ ਫੋਕਸ ਔਨ ਜੌਬ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਸਿਰਜਣ ਲਈ ਕੰਮ ਕਰਨ ਦੇ ਲਈ ਨਿਰਦੇਸ਼ ਦਿੱਤੇ। ਸਾਡੇ ਪਹਿਲੇ ਕਾਲਰ ਜਿਹੜੇ ਨੇ ਬੜੀ ਉਤਸੁਕਤਾ ਦੇ ਨਾਲ ਜਿਹੜੀ ਉਹਨਾਂ ਨੇ ਕਾਲ ਕੀਤੀ, ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਿਹੜੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਜੀ ਸੰਗਤ ਲਾਈਵ ਤੁਹਾਡਾ ਸਵਾਗਤ ਹੈ। ਭੋਗਲ ਸਾਹਿਬ ਜੀ, ਆਪਣਾ ਨਾਮ ਦੱਸੋ ਜੀ, ਕਿਉਂਕਿ ਜਿਵੇਂ ਤੁਸੀਂ ਥੋੜਾ ਜਿਹਾ ਬੀਬਾ ਗਰੋਵਰ ਜੀ, ਤੁਹਾਨੂੰ ਤੇ ਗਗਨਦੀਪ ਸਿੰਘ ਜੀ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਭੋਗਲ ਸਾਹਿਬ ਜੀ, ਰੂਹੀ ਜੀ ਕਹਿ ਰਹੇ ਨੇ ਕਿ ਭੋਗਲ ਸਾਹਿਬ ਜੀ ਸਤਿ ਸ੍ਰੀ ਅਕਾਲ, ਆਪਣਾ ਨਾਮ ਦੱਸੋ। ਜਿਵੇਂ ਇਹਨਾਂ ਨੇ ਗਲਾ ਸਾਫ਼ ਕੀਤਾ, ਪਤਾ ਲੱਗਿਆ ਭੋਗਲ ਸਾਹਿਬ ਜੀ ਆ ਗਏ। ਬਹੁਤ ਧੰਨਵਾਦ ਜੀ, ਧੰਨਵਾਦ। ਦੇਖੋ ਜੇ ਨਾਮਾਂ ਵਿੱਚ ਕੀ ਰੱਖਿਆ, ਜਦੋਂ ਜਿੱਥੇ ਪਿਆਰ ਦੀ ਗੱਲ ਹੁੰਦੀ ਉੱਥੇ ਨਾ ਜਿਹੜੇ ਨਾਂ ਹੁੰਦੇ ਨੇ ਨਾ, ਦੇਖੋ ਜੀ ਜੇ ਨਾਮਾਂ ਵੱਲ ਜਾਈਏ ਉਹ ਗੱਲ ਤੁਹਾਡੇ ਵਾਲੀ ਗੱਲ ਆ ਜਿਹੜੀ ਮੈਂ ਕਹਿੰਦਾ ਨਾ ਵੀ ਜਦੋਂ ਗੱਲਾਂ ਬਾਤਾਂ ਸ਼ੁਰੂ ਕਰ ਦਈਏ ਤੇ ਸਮਾਂ ਤੇ ਪਰ ਲਾ ਕੇ ਉੱਡ ਜਾਂਦਾ। ਬਿਲਕੁਲ ਜੀ, ਬਿਲਕੁਲ। ਤੇ ਮੈਂ ਉਧਰ ਨੂੰ ਹੁਣ ਜਾਣਾ ਨਹੀਂ ਹੈ, ਮੈਂ ਤੇ ਸਿਰਫ ਗੱਲ ਜਿਹੜੀ ਤੁਸੀਂ ਸ਼ੁਰੂ ਕੀਤੀ ਸੀ ਨਾ ਬਾਜ ਤੇ ਘੋੜੇ ਦੀ, ਹਾਂਜੀ, ਉਹ ਤੇ ਮੈਂ ਥੋੜਾ ਜਿਹਾ ਤੁਹਾਡੇ 2-3 ਮਿੰਟ ਲੈਣੇ ਆ। ਪਹਿਲਾਂ 2-3 ਮਿੰਟ ਪਤਾ ਨਹੀਂ 5-6 ਵੀ ਲੱਗ ਜਾਣ। ਜਰੂਰ ਜੀ, ਜਰੂਰ ਜੀ, ਜਰੂਰ ਜੀ। ਬਹੁਤ ਧੰਨਵਾਦ ਤੁਹਾਡਾ ਪਿਆਰ ਦੇਣ ਦਾ। ਦੇਖੋ ਇਹ ਬਾਜ ਤੇ ਘੋੜੇ ਜਿਹੜੇ ਕਲਗੀਧਰ ਪਾਤਸ਼ਾਹ ਨੇ ਜਿਹੜੀ ਇਹਨਾਂ ਦੀ ਪਸੰਦ ਸੀ, ਇਹਦਾ ਕੋਈ ਮਤਲਬ ਸੀ, ਇਹਦਾ ਕੋਈ ਮਾਨਾ ਸੀਗਾ। ਬਿਲਕੁਲ ਜੀ। ਗਗਨਦੀਪ ਸਿੰਘ, ਜਿਹੜਾ ਬਾਜ ਵਾ ਨਾ ਉਹ ਨਰ ਨਹੀਂ ਹੈ, ਹਾਂਜੀ, ਭਾਵ ਉਹ ਪੁਲਿੰਗ ਨਹੀਂ ਹੈ, ਬਲਕਿ ਉਹ ਬਾਜ ਨਾਰੀ ਹੈ, ਨਰ ਨਹੀਂ ਹੈ। ਠੀਕ ਹੈ ਜੀ। ਪਰ ਸਾਡੀ ਜ਼ੁਬਾਨ ਤੇ ਚੜ ਚੁੱਕਾ ਹੋਇਆ ਬਾਜ ਨਰ ਨਹੀਂ ਹੈ, ਇਹ ਪੁਲਿੰਗ ਨਹੀਂ ਹੈ, ਇਹ ਨਾਰੀ ਹੈ ਜਾਂ ਮਾਦਾ ਕਹਿ ਲਈਏ। ਹਾਂਜੀ ਹਾਂਜੀ। ਤੇ ਜਿਹੜਾ ਇਹਦਾ ਇਸਤਰੀ ਲਿੰਗ, ਬਾਜ ਇਸਤਰੀ ਲਿੰਗ ਹੈ ਕਹਿ ਲਈਏ, ਪੁਲਿੰਗ ਨਹੀਂ ਹੈ, ਇਸਤਰੀ ਲਿੰਗ ਹੈ। ਬਾਜ ਦਾ ਜਿਹੜਾ ਪੁਲਿੰਗ ਹੈ ਉਹ ਹੈ ਜੁਰਰਾ, ਜਿੰਨੀ ਮੈਨੂੰ ਜਾਣਕਾਰੀ ਹੈ। ਬਾਜ ਦਾ ਜਿਹੜਾ ਪੁਲਿੰਗ ਹੈ ਨਾ ਜਾਂ ਨਾਰਵਾ ਨਾ, ਜਿਹੜਾ ਬਾਜ ਦਾ ਨਾਰਵਾ ਉਹਨੂੰ ਜੁਰਰਾ ਕਹਿੰਦੇ ਨੇ, ਜੁਰਰਾ। ਅੱਛਾ ਜੀ। ਹਾਂਜੀ, ਜੁਰਰਾ। ਤੇ ਚਲੋ ਸਾਡੀ ਹੁਣ ਜ਼ੁਬਾਨ ਤੇ ਚੜਿਆ ਹੋਇਆ ਬਾਜ ਬੈਠਾ, ਬਾਜ ਆਇਆ, ਬਾਜ ਗਿਆ। ਬਿਲਕੁਲ ਜੀ, ਬਿਲਕੁਲ ਜੀ। ਕੋਈ ਗੱਲ ਨਹੀਂ, ਬਾਜ ਨੂੰ ਕਹਿੰਦੇ ਆ ਸੁਣਿਆ ਹਮੇਸ਼ਾ। ਚਲੋ ਅੱਜ ਭੋਗਲ ਸਾਹਿਬ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮਹਾਰਾਜ ਨੇ ਉਹ ਇਹ ਸੀਗਾ, ਜਿੰਨੀ ਕਿ ਮੇਰੀ ਜਾਣਕਾਰੀ ਹੈ ਗਗਨਦੀਪ ਸਿੰਘ ਜੀ, ਹਰ ਕਿਉਂਕਿ ਕਿਸੇ ਨੂੰ ਕਦੇ ਗਾਰੰਟੀ ਨਹੀਂ ਦੇਣੀ ਚਾਹੀਦੀ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਬਿਲਕੁਲ ਜੀ, ਬਿਲਕੁਲ। ਸਾਰੀ ਦੁਨੀਆ ਭੁੱਲਣਹਾਰ ਆ, ਮਨੁੱਖ ਭੁੱਲਣਹਾਰ ਵਾ। ਕਦੇ ਵਾਦਾ ਨਹੀਂ, ਵਾਦਾ ਨਹੀਂ ਕਰੀਦਾ, ਗਾਰੰਟੀ ਨਹੀਂ ਦੇਈਦੀ। ਬਿਲਕੁਲ ਜੀ। ਜਿੰਨਾ ਕਿ ਮੈਨੂੰ ਪਤਾ ਉਹ ਇਹ ਆ ਕਿ ਬਾਜ ਜਿਹੜਾ ਆ ਉਹਦਾ ਬੈਠਣ ਦਾ, ਉਹਨਾਂ ਦਾ ਆਪਣਾ ਥਾਂ ਜਿਹੜਾ ਉੱਚਾ ਹੁੰਦਾ ਹਮੇਸ਼ਾ। ਬਿਲਕੁਲ ਜੀ। ਉਹ ਨੀਚੇ ਨਹੀਂ ਆਉਂਦੇ, ਉਹ ਉੱਪਰ ਰਹਿੰਦੇ ਨੇ। ਭਾਵ ਕਹਿਣ ਤੋਂ ਭਾਵ ਇਹ ਆ, ਸਿੰਬੋਲਿਕ ਚੀਜ਼ ਇਹ ਆ ਕਿ ਜਿਹੜੇ ਉੱਚਾ ਥਾਂ ਮਤਲਬ ਰਾਜੇ ਮਹਾਰਾਜਿਆਂ ਦਾ ਥਾਂ। ਬਿਲਕੁਲ ਜੀ। ਬਾਜ ਜਿਹੜੇ ਨੇ ਮਹਾਰਾਜੇ ਕਰਕੇ ਸਿੰਬੋਲਿਕ ਇਹ ਆ ਕਿ ਮਹਾਰਾਜੇ ਦੇ ਤਾਂ ਸੀਗਾ ਕਿਉਂਕਿ ਇਹ ਉੱਚੀ ਥਾਂ ਤੇ ਬਹਿੰਦੇ ਨੇ, ਇਹ ਹੇਠਾਂ ਨਹੀਂ ਆਉਂਦੇ। ਬਿਲਕੁਲ ਜੀ, ਬਿਲਕੁਲ। ਹੈ ਨਾ, ਜਦੋਂ ਆਪਾਂ ਕਹਿੰਦੇ ਨੇ ਨਾ ਵੀ ਕਿਸੇ ਤੇ ਬਾਤ ਅੱਖ ਰੱਖਣੀ, ਇਹ ਵੀ ਮੁਹਾਵਰਾ ਆ, ਕਿਸੇ ਤੇ ਬਾਤ ਅੱਖ ਰੱਖਣੀ। ਇਹਦਾ ਮਤਲਬ ਕਿਸੇ ਨੂੰ ਅੱਖੋਂ ਪਰੋਖੇ ਨਹੀਂ ਕਰਨਾ, ਉਸ ਨੂੰ ਅੱਖੋਂ ਓਹਲੇ ਨਹੀਂ ਕਰਨਾ, ਦੇਖਣਾ ਕਿ ਉਹ ਕੀ ਕਰਦਾ ਹੈ। ਬਿਲਕੁਲ ਜੀ, ਬਿਲਕੁਲ। ਬੜੇ ਉੱਚੇ ਥਾਂ ਤੇ ਹੁੰਦਾ, ਉਡਾਰੀਆਂ ਮਾਰਦਾ, ਪਰ ਉਹਨੂੰ ਜ਼ਮੀਨ ਤੇ ਕੀ ਹੋ ਰਿਹਾ ਸਭ ਕੁਝ ਦਿਖਦਾ ਹੁੰਦਾ ਸੀ। ਬਿਲਕੁਲ ਜੀ, ਬਿਲਕੁਲ। ਇਸੇ ਤਰ੍ਹਾਂ ਕਹਿਣ ਤੋਂ ਭਾਵ ਕਿ ਜਿਹੜਾ ਬਾਦਸ਼ਾਹ ਹੁੰਦਾ ਉਹਨੂੰ ਸਾਰਾ ਕੁਝ ਪਤਾ ਹੁੰਦਾ ਵੀ ਕੀ ਹੋ ਰਿਹਾ ਮੇਰੇ ਰਾਜ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਤੇ ਇਸੇ ਤਰ੍ਹਾਂ ਘੋੜਾ ਤੁਸੀਂ ਦੱਸਿਆ ਫਰਤੀਲਾ ਹੁੰਦਾ, ਬਿਲਕੁਲ ਠੀਕ ਵਾ। ਤਾਈਓ ਕੀ ਹੈ ਨਾ ਵੀ ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ। ਹਾਂਜੀ, ਬਿਲਕੁਲ ਜੀ, ਬਿਲਕੁਲ। ਇਹਨਾਂ ਦੇ ਮਾਨੇ ਹੈ, ਮੁਹਾਵਰਾ ਹੈ ਜੀ, ਜਿਹਦਾ ਘੋੜਾ ਫਰਤੀਲਾ ਹੁੰਦਾ, ਬਹੁਤ ਸੋਹਣਾ ਹੁੰਦਾ, ਚਤਰ ਹੁੰਦਾ। ਤੇ ਇਸੇ ਤਰ੍ਹਾਂ ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ। ਇਹਦਾ ਮਤਲਬ ਆ ਜਿਹੜਾ ਬੰਦਾ ਕੁੱਬਾ ਆ ਉਹ ਘੋੜੇ ਜਾਂ ਘੋੜੀ ਤੇ ਚੜ ਹੀ ਨਹੀਂ ਸਕਦਾ। ਬਿਲਕੁਲ ਜੀ, ਬਿਲਕੁਲ। ਕਿਉਂਕਿ ਘੋੜਾ ਤੇ ਘੋੜੀ ਇਹਨੇ ਚੁਸਤ ਜਾਨਵਰ ਨੇ। ਜਿਹੜਾ ਚੁਸਤ ਬੰਦਾ ਹੋਏਗਾ ਸਰੀਰਕ ਤੌਰ ਤੇ, ਜਿਸਮਾਨੀ ਤੌਰ ਤੇ, ਉਹ ਹੀ ਸਵਾਰੀ ਕਰ ਸਕੇਗਾ, ਉਹ ਹੀ ਘੋੜੇ ਨੂੰ ਜਾਂ ਘੋੜੀ ਨੂੰ ਸੰਭਾਲ ਸਕੇਗਾ। ਦੂਸਰਾ ਬੰਦਾ ਜਿਹੜਾ ਕੁੱਬਾ ਉਹ ਨਹੀਂ ਸੰਭਾਲ ਸਕੇਗਾ। ਬਿਲਕੁਲ ਜੀ, ਬਹੁਤ ਵੱਡਾ ਪੁਆਇੰਟ ਆ ਭੋਗਲ ਸਾਹਿਬ ਜੀ ਇਹ ਵੀ। ਹਾਂਜੀ, ਬਿਲਕੁਲ ਜੀ। ਤੇ ਬਾਕੀ ਗਗਨਦੀਪ ਸਿੰਘ ਜੀ, ਮੈਂ ਇੱਕ ਅੱਖ ਤੇ ਮੇਰੀ ਘੜੀ ਚਾਹੀ ਆ, ਜਿਵੇਂ ਤੁਸੀਂ ਕਿਹਾ ਸੀਗਾ ਹਾਕਮ ਤੇ ਗੁਲਾਮ ਦੀ ਗੱਲ ਕੀਤੀ ਆ। ਹਾਂਜੀ।
ਤੇ ਗੁਰੂ ਨਾਨਕ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਇੱਕੋ ਸ਼ਕਤੀ ਦਾ ਨਾਮ ਹੈ। ਅੱਜ ਵਾਹਿਗੁਰੂ। ਭਾਵੇਂ ਵਿਰੋਧੀਆਂ ਦਾ ਜ਼ੋਰ ਲੱਗਾ ਹੋਇਆ ਕਲਗੀਧਰ ਪਾਤਸ਼ਾਹ ਨੂੰ ਗੁਰੂ ਨਾਨਕ ਪਾਤਸ਼ਾਹ ਨਾਲੋਂ ਵੱਖਰਾ ਕਰਨ ਦਾ, ਬਿਲਕੁਲ ਜੀ, ਬਿਲਕੁਲ। ਕਰੋੜਾਂ ਰੁਪਈਆ ਦੇ ਕੇ ਵੀ ਇਹ ਕੰਮ ਕਰ ਰਹੇ ਨੇ ਬਿਲਕੁਲ ਤੇ ਜੀ। ਪਿੱਠ ਪਿੱਛੇ, ਪਰ ਬਿਲਕੁਲ ਇਹ ਜੀ। ਇੱਕੋ ਸ਼ਕਤੀ ਦਾ ਨਾਮ ਹੈ। ਤਾਂ ਤਾਈਓ ਮਹਾਰਾਜ ਨੇ ਕਿਹਾ ਸੀ ਵੀ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਬਿਲਕੁਲ ਜੀ, ਬਿਲਕੁਲ। ਕਿਉਂਕਿ ਜਿਹੜਾ ਖਾਲਸਾ ਆ ਉਹ ਅਕਾਲ ਪੁਰਖ ਦੀ ਫੌਜ ਹੈ, ਉਹ ਅਕਾਲ ਪੁਰਖ ਦੀ ਮੌਜ ਹੈ। ਪਰ ਜਿਹੜਾ ਬੰਦਾ ਜਿਸ ਬੰਦੇ ਦੀ ਖਾਣਾ ਬੈਠਣਾ ਵੀ ਹਰਾਮ ਹੋਵੇ, ਸਮਾਜਿਕ ਕੰਮ ਵੀ ਹਰਾਮ ਹੋਣ, ਤੇ ਹੋਰ ਜਿੰਨੇ ਵੀ ਕਾਰਜ ਕਰਦਾ ਹੈ ਆਪਣੇ ਸਮਾਜ ਦੇ ਵਿੱਚ, ਉਹ ਕਿਸੇ ਕੰਮ ਦੇ ਕਿਸੇ ਕੀਮਤ ਦੇ ਨਹੀਂ ਹੁੰਦੇ ਜੇਕਰ ਉਹਦੀ ਪਤ ਨਾ ਹੋਵੇ। ਬਿਲਕੁਲ ਜੀ, ਬਿਲਕੁਲ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਕਸ਼ਾਏ। ਬਾਕੀ ਸਾਰਾ ਕੁਝ ਉਹਦਾ ਕੀਤਾ ਕਰਾਇਆ ਹਰਾਮ ਗਿਣਿਆ ਜਾਂਦਾ। ਬੈਠਣਾ, ਉੱਠਣਾ, ਬੋਲਣਾ, ਚੱਲਣਾ, ਸਾਰੇ ਕੰਮ ਉਹਦੇ ਹਰਾਮ ਗਿਣੇ ਜਾਂਦੇ ਆ ਉਦੋਂ ਜਦੋਂ ਪਤ ਨਾ ਉਹਦੀ ਰਹੇ। ਬਿਲਕੁਲ ਜੀ, ਬਿਲਕੁਲ। ਜਦੋਂ ਪਤ ਨਾ ਰਹੇ। ਇਸ ਕਰਕੇ ਗੁਰੂ ਖਾਲਸਾ ਨੇ ਇਹ ਕਿਹਾ ਵੀ ਅਕਾਲ ਪੁਰਖ ਦੀ ਫੌਜ ਤੇ ਮੌਜ ਦਾ ਮਤਲਬ ਇਹ ਆ ਵੀ ਅਕਾਲ ਪੁਰਖ ਜਿਹੜਾ ਖਾਲਸਾ ਹੈ ਉਹ ਗੁਲਾਮੀ ਨਹੀਂ ਸਹਿਣ ਕਰੇਗਾ। ਹਾਂਜੀ। ਉਹ ਹਾਕਮ ਧਿਰ ਬਣ ਕੇ ਰਹੇਗਾ। ਤੇ ਉਹਦੀ ਸਭ ਤੋਂ ਵੱਡੀ ਉਦਾਹਰਨ ਇਹ ਆ ਜਦੋਂ ਅਮਰ ਛਕਾਇਆ, ਅਮਰ ਦੀ ਸ਼ਕਤੀ। ਤੇ ਮੈਂ ਬੋਲ ਕੇ ਇੱਕ ਸ਼ੇਅਰ ਜਿੱਦਾਂ ਮੇਰਾ ਸੁਭਾਅ ਹੈ, ਮੈਂ ਖਿਮਾ ਲੈ ਲੈਣੀ ਆ। ਉਹਦੀ ਦੇਖੋ ਅਮਰ ਦੀ ਸ਼ਕਤੀ, ਦੇਖੋ ਕੀ ਕੀਤਾ ਕਲਗੀਧਰ ਪਾਤਸ਼ਾਹ ਦੀ ਜਿਹੜਾ ਅਮਰ ਸੀ ਉਹਦੀ ਸ਼ਕਤੀ। ਉਹ ਸੀ ਵੀ ਬਿਖ ਅਤੇ ਅੰਮ੍ਰਿਤ ਦਾ ਮੇਲ ਕੋਈ ਨਾ। ਹਾਂਜੀ। ਬਿਖ ਅਤੇ ਅੰਮ੍ਰਿਤ ਦਾ ਮੇਲ ਕੋਈ ਨਾ, ਸ਼ੱਕ ਸ਼ੁਭਾ ਦੀ ਨਹੀਂ ਗੁੰਜਾਇਸ਼ ਕੋਈ। ਹੱਕ ਸੱਚ ਕੁਰਬਾਨੀ ਦਾ ਸਫ਼ਰ ਤੈਅ ਕਰਕੇ ਚਰਨ ਪਹੁੰਚ ਖੰਡੇ ਦੀ ਪਹੁਲ ਹੋਈ। ਬਿਲਕੁਲ ਜੀ, ਬਿਲਕੁਲ। ਅਮਰ ਸ਼ੁਕਰੀਆ ਵੀ ਅਮਰ ਹੋਣ ਲਈ ਅੰਮ੍ਰਿਤ ਦੀ ਲੋਕੋ ਲੋੜ ਹੁੰਦੀ। ਅਮਰ ਹੋਣ ਲਈ ਅੰਮ੍ਰਿਤ ਦੀ ਲੋਕੋ ਲੋੜ ਹੁੰਦੀ। ਅੰਮ੍ਰਿਤ ਧਾਰ ਭਵਜਲ ਤੋਂ ਪਾਰ ਹੋਈ। ਸ਼ਕਤੀ ਅੰਮ੍ਰਿਤ ਦੀ ਅਥਾ ਅਤੋਲ ਹੁੰਦੀ। ਮਸਤ ਮੈਗਲ ਦੀ ਸ਼ਕਤੀ ਤਾਰ ਤਾਰ ਹੋਈ। ਬਿਲਕੁਲ ਜੀ। ਇਹ ਇਤਿਹਾਸ ਕਹਿੰਦਾ ਨਾ ਜੀ। ਬਿਲਕੁਲ ਜੀ। ਬਈ ਕੰਮ, ਆਖਰੀ ਦੋ ਪੰਕਤੀਆਂ ਨੇ, ਬਈ ਕੰਮ ਨੇਕੀ ਦਾ ਭੋਗਲ ਸੁਖ ਸਕੂਨ ਦੇਣਾ। ਬਿਲਕੁਲ। ਕੰਮ ਨੇਕੀ ਦਾ ਭੋਗਲ ਸੁਖ ਸਕੂਨ ਦੇਣਾ। ਬਦੀ ਧਰਤੀ ਲਈ ਸਦਾ ਹੀ ਭਾਰ ਹੋਈ। ਓਏ ਸ਼ਕਤੀ ਅੰਮ੍ਰਿਤ ਦੀ ਲੋਕਾਂ ਪਰ ਤੱਕ ਤੱਕੀ। ਜਦੋਂ ਸ਼ਰੇਆਮ ਸ਼ਰਾਬ ਦੀ ਹਾਰ ਹੋਈ। ਯਾਰੋ ਸ਼ਕਤੀ ਅੰਮ੍ਰਿਤ ਦੀ ਲੋਕਾਂ ਪਰ ਤੱਕ ਤੱਕੀ। ਜਦੋਂ ਸ਼ਰੇਆਮ ਸ਼ਰਾਬ ਦੀ ਹਾਰ ਹੋਈ। ਯਾਰੋ ਜਦੋਂ ਸ਼ਰੇਆਮ ਸ਼ਰਾਬ ਦੀ ਹਾਰ ਹੋਈ। ਸ਼ਰਾਬ ਦੀ ਹਾਰ ਕਿੱਥੇ ਹੋਈ ਜੀ? ਹਾਥੀ ਦੀ ਸ਼ਰਾਬ ਪਾ ਕੇ ਲੈ ਕੇ ਆਏ ਸੀ, ਤੁਹਾਨੂੰ ਪਤਾ ਹੀ ਆ। ਬਿਲਕੁਲ ਜੀ, ਬਿਲਕੁਲ ਜੀ। ਬਚੇਤਰ ਸਿੰਘ ਜੀ। ਬਿਲਕੁਲ ਸ਼ਰਾਬ ਨੂੰ ਦੇ ਕੇ ਸ਼ਰਾਬ ਪਾ ਕੇ ਲਿਆ ਸੀ ਤੇ ਉਹਦੇ ਸਾਹਮਣੇ ਹਾਥੀ ਵੀ ਫੇਲ ਹੋ ਗਿਆ। ਹਾਥੀ ਦੀ ਸ਼ਰਾਬ ਵੀ ਫੇਲ ਹੋ ਗਈ ਅੰਮ੍ਰਿਤ ਸ਼ਕਤੀ ਦੇ ਸਾਹਮਣੇ। ਹੁਣ ਸਾਨੂੰ ਸੋਚ ਲੈਣਾ ਚਾਹੀਦਾ ਵੀ ਅੰਮ੍ਰਿਤ ਸ਼ਕਤੀ ਦੇ ਵਿੱਚ ਹੈ ਕਿਹੜੀ ਸ਼ਕਤੀ। ਬਿਲਕੁਲ ਜੀ, ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਗਗਨਦੀਪ ਸਿੰਘ ਜੀ। ਸਮਾਂ ਸੱਚੀ ਪਰ ਲਾ ਕੇ ਉੱਡ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਭੋਗਲ ਸਾਹਿਬ ਜੀ, ਸਾਡੇ ਇਸ ਇਤਿਹਾਸ ਦੇ ਵਿੱਚ ਜਿਹੜਾ ਆ ਵਾਧਾ ਕਰਨ ਦੇ ਲਈ। ਤੇ ਉਹੀ ਗੱਲ ਰੋਹੀ ਜੀ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਜਿੱਥੇ ਕਿਤੇ ਨਾ ਕਿਤੇ ਸਾਡੇ ਇਤਿਹਾਸ ਦੇ ਵਿੱਚ ਕਿਤੇ ਤਰੁੱਟੀ ਰਹਿ ਜਾਂਦੀ ਆ, ਸਾਡੇ ਜਿਹੜੇ ਵਿਊਅਰਸ ਨੇ ਜਾਂ ਕਹਿ ਸਕਦੇ ਆ ਕਿ ਜਿਹੜੇ ਸਾਡੇ ਸਰੋਤੇ ਨੇ, ਉਹ ਸਾਡੇ ਜਿਹੜਾ ਆ ਉਸ ਜਗ੍ਹਾ ਨੂੰ ਪੂਰਾ ਕਰ ਦਿੰਦੇ ਨੇ। ਮੈਂ ਤਾਂ ਇੱਕ ਗੱਲ ਕਹਿਣਾ ਕਿ ਇਹ ਪ੍ਰੋਗਰਾਮ ਨਹੀਂ ਆ, ਇਹ ਅਸੀਂ ਜਿਹੜਾ ਆ ਇੱਥੇ ਬਹਿ ਕੇ ਜਿਹੜਾ ਆ ਪ੍ਰੋਗਰਾਮ ਨਹੀਂ ਉਲੀਕਦੇ, ਅਸੀਂ ਗੱਲਬਾਤ ਕਰਦੇ ਆ, ਇੱਕ ਆਪਣੇ ਵਿਚਾਰ ਸਾਂਝੇ ਕਰਦੇ ਆ। ਜਿੱਥੇ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਤਰੁੱਟੀ ਰਹਿੰਦੀ ਆ ਜਾਂ ਤਰੁੱਟੀ ਹੁੰਦੀ ਆ ਜਾਂ ਕਿਤੇ ਨਾ ਕਿਤੇ ਵਿਰੋਧੀ ਤਾਕਤਾਂ ਵੱਲੋਂ ਇਤਿਹਾਸ ਨੂੰ ਗਲਤ ਦਰਸਾਇਆ ਜਾਂਦਾ ਆ, ਉੱਥੇ ਜੇ ਅਸੀਂ ਉਸ ਨੂੰ ਪੇਸ਼ ਕਰਦੇ ਆ ਤਾਂ ਸਾਡੇ ਵਿਊਵਰਸ ਜਿਹੜੇ ਸਾਡੇ ਸਰੋਤੇ ਨੇ ਰੱਬ ਵਰਗੇ, ਉਹ ਸਾਨੂੰ ਜਿਹੜਾ ਆ ਇੱਥੇ ਸਹੀ ਦੱਸਦੇ ਨੇ ਕਿ ਇੱਥੇ ਇਸ ਜਗ੍ਹਾ ਤੋਂ ਜਿਹੜੀ ਆ ਇਹ ਤਰੁੱਟੀ ਆ, ਇਸ ਨੂੰ ਜਿਹੜਾ ਇੱਥੇ ਸਹੀ ਕਰਕੇ ਜਿਹੜਾ ਆ ਅੱਗੇ ਪ੍ਰਚਾਰ ਕੀਤਾ ਜਾਵੇ। ਤੇ ਜੇ ਸਾਨੂੰ ਲੱਗਦਾ ਕਿਤੇ ਨਾ ਕਿਤੇ ਵਿਊਵਰਸ ਜਿਹੜੇ ਸਾਡੇ ਨਾਲ ਜਿਹੜੇ ਆ ਉਹਨਾਂ ਦੇ ਵਿੱਚ ਕੋਈ ਮਾੜੀ ਮੋਟੀ ਕੋਈ ਤਰੁੱਟੀ ਹੁੰਦੀ ਆ ਤਾਂ ਜਿਹੜਾ ਆ ਅਸੀਂ ਵੀ ਉਹਨਾਂ ਦੇ ਨਾਲ ਜਿਹੜੀ ਆ ਸਾਂਝ ਪਾ ਕੇ ਉਸ ਨੂੰ ਜਿਹੜਾ ਆ ਸਹੀ ਕਰ ਦਿੰਦੇ ਆ। ਕਹਿਣ ਤੋਂ ਭਾਵ ਇਹ ਆ ਕਿ ਇਹ ਹੁੰਦੀ ਵਿਚਾਰਾਤਮਕ ਸਾਂਝ ਜਿਹੜੀ ਅਸੀਂ ਪਾ ਕੇ ਜਿਹੜਾ ਇੱਕ ਸੁਚੱਜੇ ਸਮਾਜ ਦਾ ਜਿਹੜਾ ਆ ਸਿਰਜਣਾ ਕਰ ਸਕਦੇ ਆ। ਪਰ ਜੇ ਅਸੀਂ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟੀਏ, ਇਹ ਵੀ ਸਾਡੇ ਲਈ ਜਿਹੜੀ ਆ ਗੱਲ ਗਲਤ ਹੈ। ਅਸੀਂ ਦੁਬਦਾ ਨੂੰ ਦੂਰ ਕਰਕੇ ਜਿਹੜਾ ਆਪਣਾ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਆ, ਇਹ ਨਹੀਂ ਕਿ ਦੁਬਦਾ ਪੈਦਾ ਕਰਕੇ ਜਿਹੜਾ ਜ਼ਿੰਦਗੀ ਨੂੰ ਹੋਰ ਨਰਕ ਬਣਾਉਣਾ। ਬਿਲਕੁਲ ਜੀ।
ਤੇ ਅਸੀਂ ਗੱਲ ਕਰਦੇ ਸੀਗੇ ਕਿ ਪੀਐਮ ਮੋਦੀ ਨੇ ਜਿਹੜਾ ਆ ਜੌਬਸ ਦੇ ਲਈ ਜਿਹੜਾ ਲੋਕਾਂ ਨੂੰ ਲੱਭਣ ਦੀ ਲਈ ਜਿਹੜਾ ਆ ਉਹ ਕਿਹਾ ਗਿਆ ਹੈ। ਉਹਨਾਂ ਨੇ ਅੱਗੇ ਇਹ ਕਿਹਾ ਸੀਗਾ ਕਿ ਵਿਚਾਰ ਕਰੋ ਕਿ ਸਰਕਾਰੀ ਤੇ ਨਿੱਜੀ ਖੇਤਰ ਵਿੱਚ ਨਵੇਂ ਲੋਕਾਂ ਨੂੰ ਲਿਆ ਕੇ ਉਤਪਾਦਕਾਂ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਨਾਲ ਹੀ ਸਰਕਾਰੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੇ ਵੇਰਵੇ ਇਕੱਠੇ ਕਰੋ ਅਤੇ ਉਹਨਾਂ ਨੂੰ ਜਿਹੜਾ ਆ ਭਰਤੀ ਜਾਨੀ ਰਿਕੁਆਇਰਮੈਂਟ ਦੀ ਪ੍ਰਕਿਰਿਆ ਨੂੰ ਸ਼ੁਰੂ ਕਰੋ। ਪੀਐਮ ਮੋਦੀ ਨੇ ਮਾਮੂਲੀ ਜਿਹੇ ਅਪਰਾਧਾਂ ਵਿੱਚ ਦੀ ਜਿਹੜੀ ਆ ਸਜ਼ਾ ਵਿਵਸਥਾ ਬਾਰੇ ਕਾਨੂੰਨਾਂ ਦਾ ਅਧਿਐਨ ਕਰਨ ਅਤੇ ਉਹਨਾਂ ਨੂੰ ਖਤਮ ਕਰਨ ਜਾਂ ਉਹਨਾਂ ਵਿੱਚ ਸੁਧਾਰ ਕਰਨ ਦੀ ਸੰਭਾਵਨਾ ਦਾ ਜਿਹੜਾ ਪਤਾ ਲਗਾਉਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨੂੰ ਵਿੱਤੀ ਅਨੁਸ਼ਾਸਨ ਦੀ ਮਹੱਤਤਾ ਸਮਝਾਉਣ ਤੇ ਗਲੋਬਲ ਸੂਚਕਾਂਕ ਨੂੰ ਦੇ ਕੇ ਉਹਨਾਂ ਦੀਆਂ ਕਮੀਆਂ ਨੂੰ ਦੂਰ ਕਰਨ ਵਰਗੇ ਜਿਹੜੇ ਅਧਿਕਾਰੀਆਂ ਨੂੰ ਜਿਹੜੇ ਨੇ ਕਈ ਨਿਰਦੇਸ਼ ਵੀ ਦਿੱਤੇ ਨੇ। ਜੀ, ਤੇ ਸ਼ਨੀਵਾਰ ਨੂੰ ਪੀਐਮ ਮੋਦੀ ਦੀ ਇਸ ਮੀਟਿੰਗ ਦੇ ਸੰਬੰਧ ਵਿੱਚ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸਕੱਤਰਾਂ ਨੂੰ ਪੱਤਰ ਭੇਜ ਕੇ ਹਦਾਇਤ ਦੀ ਜਾਣਕਾਰੀ ਦਿੱਤੀ ਸੀ ਤੇ ਜਿਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਣਾ ਹੈ। ਤੇ 4 ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਸਕੱਤਰਾਂ ਤੋਂ ਇਲਾਵਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਤੇ ਕੈਬਨਿਟ ਸਕੱਤਰ ਰਾਜੀਵ ਗਾਬਾ ਤੋਂ ਇਲਾਵਾ ਕੇਂਦਰ ਸਰਕਾਰ ਦੇ ਚੋਟੀ ਦੇ ਨੌਕਰਸ਼ਾਹ ਵੀ ਸ਼ਾਮਲ ਹੋਏ। ਤੇ ਬੈਠਕ ਵਿੱਚ ਪੀਐਮ ਮੋਦੀ ਦਾ ਰੁਜ਼ਗਾਰ ਤੇ ਕਾਫੀ ਜ਼ੋਰ ਦਿੱਤਾ ਗਿਆ। ਤੇ ਸੂਤਰਾਂ ਮੁਤਾਬਕ ਉਹਨਾਂ ਕਿਹਾ ਕਿ ਦੇਸ਼ ਵਿੱਚ ਨਿਰਮਾਣ ਨੂੰ ਤੇਜ਼ ਕਰਨ ਤੇ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਨਿੱਜੀ ਖੇਤਰ ਨੂੰ ਸੰਭਾਲਣਾ ਜ਼ਰੂਰੀ ਹੈ। ਅਜਿਹਾ ਕਰਨ ਨਾਲ ਹੀ ਭਾਰਤੀ ਕੰਪਨੀਆਂ ਵਿਸ਼ਵ ਲੀਡਰ ਬਣ ਸਕਣਗੀਆਂ। ਜੀ ਬਿਲਕੁਲ ਜੀ, ਜੇ ਅਸੀਂ ਗੱਲ ਕਰੀਏ ਦੂਸਰੀ ਅਗਲੀ ਵੱਡੀ ਖਬਰ ਜੋ ਵਾਇਰਲ ਹੋ ਰਹੀ ਹੈ, ਬਾਈਬਲ ਕਲਾ ਕਾਂਡ ਜਿਹੜਾ ਗੋਲੀ ਦਾ ਕਾਂਡ ਹੋਇਆ ਸੀਗਾ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਹਜੇ ਤੱਕ ਸਜ਼ਾਵਾਂ ਨਹੀਂ ਦਿੱਤੀਆਂ। ਆਮ ਆਦਮੀ ਪਾਰਟੀ ਨੇ ਸੱਤਾ ਤੋੜਨ ਤੋਂ ਪਹਿਲਾਂ ਜਿਹੜਾ ਵਾਅਦਾ ਕੀਤਾ ਸੀਗਾ ਕਿ 24 ਘੰਟਿਆਂ ਦੇ ਵਿੱਚ ਜਿਹੜਾ ਮਸਲਾ ਹੱਲ ਕੀਤਾ ਜਾਵੇਗਾ। ਸਿੱਖ ਜਥੇਬੰਦੀਆਂ ਨੇ ਜਿਹੜਾ ਆ ਲਗਾਤਾਰ ਇਸ ਦੇ ਉੱਤੇ ਜਿਹੜਾ ਆ ਕਿਹਾ ਸੀਗਾ ਕਿ 31 ਮਾਰਚ ਤੱਕ ਦਾ ਜਿਹੜਾ ਤੁਹਾਨੂੰ ਸਮਾਂ ਦਿੱਤਾ ਜਾਏਗਾ ਵੀ ਉਸ ਸਮੇਂ ਦੇ ਵਿੱਚ ਜਿਹੜਾ ਆ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ। ਪਰ ਦੁਖਾਂਤ ਦੀ ਗੱਲ ਇਹ ਹੈ ਕਿ ਉਹ ਮੁੱਦਿਆਂ ਨੂੰ ਤਾਂ ਜਿਹੜਾ ਭੁਲਾਈ ਦਿੱਤਾ ਗਿਆ। ਜਿਹੜਾ ਆ ਸਿੱਖੀ ਜਿਹੜਾ ਆ ਮੁਸ਼ਕਿਲਾਂ ਦੇ ਨਾਲ ਜੁੜਿਆ ਹੋਵੇ, ਚਾਹੇ ਉਹ ਬਾਈਬਲ ਕਲਾਂ ਦਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੀ ਗੱਲ ਹੋਵੇ, ਚਾਹੇ ਉਹ 328 ਸਰੂਪਾਂ ਦੀ ਗੱਲ ਹੋਵੇ, ਜਾਂ ਕਿਸੇ ਵੀ ਤਰੀਕੇ ਦੀ, ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬ ਦੇ ਵਿੱਚ ਜਿਹੜਾ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਪੰਜਾਬ ਦੇ ਪ੍ਰਤੀ ਜਿਹੜੀ ਆ ਮੁਸ਼ਕਿਲ ਹੈ, ਉਹਨਾਂ ਨੂੰ ਜਿਹੜਾ ਆ ਉਹ ਅਣਗੌਲਿਆ ਗਿਆ ਆ। ਟੀਚਰਾਂ ਦੇ ਧਰਨੇ ਲੱਗ ਰਹੇ ਨੇ। ਪੰਜਾਬ ਪੁਲਿਸ ਦੀ ਵੈਰੀਫਿਕੇਸ਼ਨ 2016 ਦੀ ਲਿਸਟ ਕਲੀਅਰ ਕਰਨ ਦੇ ਉਹਦੇ ਵਿੱਚ ਜਿਹੜੇ ਨੇ ਲੱਗ ਰਹੇ ਨੇ। 4th ਕਲਾਸ ਯੂਨੀਅਨ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਦੇ ਧਰਨੇ ਲਗਾਤਾਰ ਜਿਹੜੇ ਨੇ ਉਹ ਲੱਗ ਰਹੇ ਨੇ। ਤੇ ਆਖਰ ਦੇ ਵਿੱਚ ਜਿਹੜਾ ਆ ਪੰਜਾਬ ਸਰਕਾਰ ਜਿਹੜੀ ਆ ਨਵੀਂ ਬਣੀ ਆਪ ਦੀ ਸਰਕਾਰ ਜਿਹੜੀ ਆ ਉਹ ਜਿਹੜੀ ਆ ਇਹਨਾਂ ਵੱਲ ਧਿਆਨ ਜਿਹੜੀ ਆ ਉਹ ਘੱਟ ਦੇ ਰਹੀ ਆ। ਤੇ ਉਸੇ ਸੰਬੰਧ ਵਿੱਚ ਜਿਹੜਾ ਬਾਈਬਲ ਕਲਾ ਦੇ ਵਿੱਚ ਜਿਹੜਾ ਆ ਉਹ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸੰਗਤ ਲੱਖ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਗਗਨਦੀਪ ਸਿੰਘ। ਸਤਿ ਸ਼੍ਰੀ ਅਕਾਲ ਜੀ। ਸੂਰਜ ਸਿੰਘ। ਹਾਂਜੀ, ਤੇ ਮੈਂ ਨਨੀਟਨ ਤੋਂ ਤੁਹਾਨੂੰ ਫੋਨ ਕਰ ਰਿਹਾ ਹਾਂ, ਬਟ ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂਗੇ। ਹਾਂਜੀ, ਇਹ ਗੱਲ ਠੀਕ ਆ ਕਿ ਆਪਣੇ ਗਗਨਦੀਪ ਸਿੰਘ ਦੀ ਕਿ ਖਿਆਲ ਆਪਾਂ ਆਪਣੇ ਆ, ਲੇਕਿਨ ਵਿਰੋਧਤਾਈ ਨਹੀਂ ਹੋਣੀ ਚਾਹੀਦੀ। ਜਿਹੜੀ ਹਕੀਕਤ ਆ ਉਹ ਸਰੋਤਾਂ ਦੇ ਸਾਹਮਣੇ ਪੇਸ਼ ਹੋਣੀ ਚਾਹੀਦੀ ਆ। ਹਾਂਜੀ, ਸਿੱਖ ਮੈਂ ਅਸਲ ਦੇ ਵਿੱਚ ਕੱਲ ਮੈਂ ਦੇਖਦਾ ਹੈਗਾ ਤੇ ਆਪਣੇ ਡਾਕਟਰ ਖੁਸ਼ਹਾਲ ਸਿੰਘ ਨੇ ਤਾਂ ਬੜਾ ਵੱਡਾ ਰੁਤਬਾ ਦੇ ਦਿੱਤਾ ਮਝੈਲਾਂ ਨੂੰ ਵੀ ਉਹ ਲੜਾਕੇ ਬੜੇ ਹੁੰਦੇ ਆ। ਮੈਂ ਵੀ ਮਝੈਲ ਹਾਂ ਉਦਾਂ ਤਾਂ ਹੀ ਰਹਿੰਦਾ ਤੇ ਇੰਗਲੈਂਡ ਤੋਂ ਚਿਰਦਾ ਹੀ, ਪਰ ਅਸੀਂ ਲੜਾਕੇ ਨਹੀਂ ਹੈਗੇ। ਅਸੀਂ ਤੇ ਮਤਲਬ ਅਮਨ ਚੈਨ ਦੇ ਹਾਮੀ ਆ ਔਰ ਆਮ ਜਨਤਾ ਦੇ ਨਾਲ ਲੋਕਾਂ ਨਾਲ ਪਿਆਰ ਕਰਨਾ ਇੱਕ ਸਾਡਾ ਪਹਿਲਾ ਕੰਮ ਆ। ਦੂਸਰੀ ਗੱਲ ਇਹ ਹੈਗੀ ਕਿ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਕੁਝ ਇਨਸਾਨ ਤੋਂ ਸਿੱਖਿਆ ਜਾ ਸਕੇ, ਗਿਆਨ ਹੋਵੇ, ਉਨਾ ਹੀ ਥੋੜਾ ਹੈਗਾ ਔਰ ਉਹਦੀ ਕੋਸ਼ਿਸ਼ ਕਰੀਦੀ ਆ। ਮੈਂ 2 ਮਿੰਟ ਤੁਹਾਡੇ ਲੈਣੇ ਆ ਅੱਜ ਖਾਲਸਾ ਰਾਜ ਦੇ ਜਾਂ ਸਿੱਖ ਰਾਜ ਦੇ ਰਣਜੀਤ ਸਿੰਘ ਦੇ ਬਾਰੇ, ਕਿਉਂਕਿ ਉਹਦੇ ਬਾਰੇ ਬਹੁਤ ਕੁਝ ਸਾਨੂੰ ਰੋਜ਼ ਕਿਹਾ ਜਾਂਦਾ ਹੈਗਾ। ਖਾਲਸਾ ਰਾਜ ਜਿਹੜਾ ਸੀਗਾ ਉਹ ਲਿਆਉਣਾ, ਅਸੀਂ ਇੱਥੇ ਲਿਆਉਣਾ ਹੈਗਾ ਮੁੜ ਕੇ। ਤੇ ਇੱਕ ਕਿਤਾਬ ਲਿਖੀ ਹੈਗੀ ਉਹ ਅਨੀਤਾ ਆਨੰਦ ਹੈਗੀ, ਉਹ ਅੱਜ ਕੱਲ ਬੜੀ ਤੰਦਰੁਸਤ ਜੀਂਦੀ ਹੈਗੀ ਔਰ ਉਹ BBC ਪ੍ਰੋਗਰਾਮ ਦੇ ਉੱਤੇ ਹਰ ਸ਼ਨੀਚਰਵਾਰ ਨੂੰ ਇੱਕ ਕੁਐਸਚਨ ਆਨਸਰ ਪ੍ਰੋਗਰਾਮ ਪ੍ਰੈਜ਼ੈਂਟ ਕਰਦੀ ਆ। ਨੀਤਾ ਆਨੰਦ ਦੀ ਵੀ ਹਿਸਟਰੀ ਇਹ ਹੈਗੀ ਕਿ ਉਹ ਬ੍ਰਾਹਮਣਾਂ ਦੇ ਘਰ ਦੇ ਵਿੱਚ ਪੈਦਾ ਹੋਈ ਸੀ ਤੇ ਉਹਨੇ ਸਿੱਖ ਪਰਿਵਾਰ ਦੇ ਵਿੱਚ ਆਪਣਾ ਵਿਆਹ ਕਰਾਇਆ। ਤੇ ਸਿੱਖ ਪਰਿਵਾਰ ਦੇ ਬਾਰੇ ਥੋੜੀ ਜਿਹੀ ਮੈਂ ਤੁਹਾਨੂੰ ਹਿਸਟਰੀ ਦੱਸਾਂ ਕਿ ਹਾਊਸ ਆਫ ਲਾਰਡਸ ਦੇ ਵਿੱਚ ਹੁਣ ਨਹੀਂ ਕੁਝ ਮਹੀਨੇ ਹੋਏ ਦੇਖਿਆ ਕਿ ਬਜ਼ੁਰਗ ਲਾਲ ਪੱਗ ਬੰਨ ਕੇ ਬੈਠਾ ਹੁੰਦਾ ਸੀਗਾ ਟੂਰੀ ਵਾਲੇ ਪਾਸੇ, ਟੂਰੀਆਂ ਵਾਲੇ ਪਾਸੇ। ਉਹਦਾ ਨਾਂ ਇੰਦਰਜੀਤ ਸਿੰਘ ਆ। ਤੇ ਉਹ ਇਹਨਾਂ ਦਾ ਨੀਤਾ ਆਨੰਦ ਦਾ ਸਹੁਰੇ ਜੀ ਆ। ਤੇ
ਅਸਲ 'ਚ ਜਿਹੜਾ ਇੰਦਰਜੀਤ ਸਿੰਘ ਆ ਇਹਦੀ ਵੀ ਇੱਕ ਹਿਸਟਰੀ ਆ, ਕਿਉਂਕਿ ਇਹ ਛੋਟਾ ਜਿਹਾ ਸੀ ਜਦ ਤੇ ਇਹਦਾ ਬਾਪ ਬਰਮਿੰਘਮ ਦੇ ਵਿੱਚ ਡਾਕਟਰ ਸੀਗਾ ਇੰਦਰਜੀਤ ਸਿੰਘ ਦਾ, ਤੇ ਊਧਮ ਸਿੰਘ ਉਸ ਪਰਿਵਾਰ ਨੂੰ ਮਿਲਣ ਜਾਂਦਾ ਹੁੰਦਾ ਸੀ, ਮਤਲਬ ਇਹਦੇ ਬਾਪ ਨੂੰ ਇੰਦਰਜੀਤ ਸਿੰਘ ਦੇ ਨੂੰ। ਤੇ ਉਹਦੇ ਬਾਰੇ ਇੰਦਰਜੀਤ ਸਿੰਘ ਨੇ ਵੀ ਲਿਖਿਆ ਹੈਗਾ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ, ਸ਼ਹੀਦ ਆਜ਼ਮ ਸ਼ਹੀਦ ਊਧਮ ਸਿੰਘ। ਅੱਛਾ ਖੈਰ, ਹੁਣ ਇਹ ਜਿਹੜੀ ਕਿਤਾਬ ਲਿਖੀ ਆ ਉਹਨੇ ਹੈਗੀ ਪਤਾ ਨਾ ਜਾਂ ਕੋਹੇ ਨੂਰ, ਲੇਕਿਨ ਅੰਗਰੇਜ਼ੀ ਦੇ ਵਿੱਚ ਆ ਗਈ ਔਰ ਬਹੁਤ ਹੀ ਦਿਲਚਸਪ। ਮੈਂ ਬਹੁਤ ਹੀ ਉਹਦਾ ਧੰਨਵਾਦ ਮਸ਼ਕੂਰ ਹਾਂ ਨੀਤਾ ਜੀ ਦਾ ਕਿ ਉਹਨੇ ਇੰਨੇ ਸੱਚਾਈਆਂ ਸਾਡੇ ਸਾਹਮਣੇ ਪੇਸ਼ ਕੀਤੀਆਂ ਜੀ ਕਿ ਕਈ ਦਫਾ ਤੁਹਾਨੂੰ ਹਾਸਾ ਵੀ ਆਉਂਦਾ, ਕਈ ਦਫਾ ਤੁਹਾਨੂੰ ਤੁਹਾਡੇ ਮਨ 'ਚ ਰੰਜਿਸ਼ ਵੀ ਆਉਂਦੀ, ਕਈ ਦਫਾ ਉਹਨਾਂ ਲੋਕਾਂ ਤੇ ਵੀ ਖਿਆਲ ਆਉਂਦਾ ਕਿ ਜਿਹੜੇ ਉਹਨੂੰ ਮਿਸਰਪ੍ਰੈਜ਼ੈਂਟ ਕਰ ਰਹੇ ਹੈਗੇ ਆ, ਜਿਹੜੇ ਸਾਡੇ ਮਤਲਬ ਰਣਜੀਤ ਸਿੰਘ ਦੇ। ਰਣਜੀਤ ਸਿੰਘ ਬਹੁਤ ਛੋਟੀ ਉਮਰ ਦੇ ਵਿੱਚ ਇਹਨੇ ਰਾਜ ਸੰਭਾਲਿਆ ਸੀ ਤੇ ਜਿਹੜਾ ਅਬਦਾਲੀ ਦਾ ਪੋਤਰਾ ਸੀਗਾ ਸ਼ਾਹ ਸ਼ੂਜਾ, ਉਹ ਉਸ ਵੇਲੇ ਪੰਜਾਬ ਦੇ ਵਿੱਚ ਰਾਜ ਕਰਦਾ ਸੀ ਤੇ ਅਫਗਾਨਿਸਤਾਨ ਦੇ ਵਿੱਚ ਵੀ ਉਹਦਾ ਰਾਜ ਸੀਗਾ ਕਾਬਲ ਤੋਂ। ਤੇ ਉਹ ਪੰਜਾਬ ਦੇ ਵੱਲ ਨੂੰ ਪੂਰਬ ਵੱਲ ਨੂੰ ਵਧ ਰਿਹਾ ਸੀਗਾ ਤੇ ਉਧਰੋਂ ਅੰਗਰੇਜ਼ਾਂ ਨੇ ਸਾਜ਼ਿਸ਼ ਕਰਕੇ ਤੇ ਈਰਾਨ ਤੋਂ ਹਮਲਾ ਕਰਾ ਦਿੱਤਾ ਕਾਬਲ ਦੇ ਉੱਤੇ ਤੇ ਇਹਨੂੰ ਫਿਰ ਵਾਪਸ ਮੁੜਨਾ ਪਿਆ ਕਾਬਲ ਨੂੰ ਡਿਫੈਂਡ ਕਰਨ ਦੇ ਲਈ। ਜਦ ਇਹ ਵਾਪਸ ਮੁੜ ਰਿਹਾ ਸੀਗਾ ਤੇ ਜੇਹਲਮ ਦਰਿਆ ਜਿਹੜਾ ਫਿਰਿਆ ਪਿਆ ਸੀਗਾ ਤੇ ਜੇਹਲਮ ਦਰਿਆ ਨੂੰ ਪਾਰ ਕਰਨ ਦੇ ਵਿੱਚ ਰਣਜੀਤ ਸਿੰਘ ਦੇ ਪਰਿਵਾਰ ਨੇ, ਕਿਉਂਕਿ ਰਣਜੀਤ ਸਿੰਘ ਸ਼ੁਕਰ ਚੱਕੀਆ ਨਸਲ ਦਾ ਸਰਦਾਰ ਸੀਗਾ, ਉਹਦਾ ਬਾਪ ਕਿਸ਼ਨ ਸਿੰਘ ਸੀ ਉਹਦਾ ਨਾਂ, ਤੇ ਉਹਨਾਂ ਨੇ ਸ਼ਾਹ ਸ਼ੂਜੇ ਦੀ ਫੌਜ ਦੀ ਮਦਦ ਕੀਤੀ, ਉਹਨੂੰ ਦਰਿਆ ਪਾਰ ਕਰਾਇਆ ਤੇ ਸ਼ਾਹ ਸ਼ੂਜਾ ਉਹਨੂੰ ਲਾਹੌਰ ਦੀ ਗੱਦੀ ਸੌਂਪ ਕੇ ਚਲ ਗਿਆ। ਉਸ ਮੌਕੇ ਤੋਂ ਲੈ ਕੇ ਫਿਰ ਰਣਜੀਤ ਸਿੰਘ ਨੇ ਲਾਹੌਰ ਦੀ ਗੱਦੀ ਜਿਹੜੀ ਆ ਉਹ ਵਾਪਸ ਸ਼ਾਹ ਸ਼ੂਜੇ ਨੂੰ ਨਹੀਂ ਦਿੱਤੀ। ਸ਼ਾਹ ਸ਼ੂਜਾ ਜਦ ਕਾਬਲ ਵੱਲ ਵਧਿਆ ਤੇ ਉਹਦਾ ਭਰਾ ਜਿਹੜਾ ਉੱਥੇ ਰਾਜ ਕਰਦਾ ਸੀ ਉਹ ਰਾਨੀਆਂ ਤੇ ਵਾਪਸ ਚਲੇ ਗਿਆ, ਲੇਕਿਨ ਉਹਨੂੰ ਉਹਨਾਂ ਨੇ ਕੈਦੀ ਬਣਾ ਲਿਆ। ਜਦ ਕੈਦੀ ਬਣਾ ਲਿਆ ਤੇ ਉਹ ਆਪਣਾ ਜਿਹੜਾ ਪਰਿਵਾਰ ਸੀਗਾ ਉਹ ਰਣਜੀਤ ਸਿੰਘ ਦੇ ਕੋਲ ਛੱਡ ਗਿਆ ਸੀਗਾ। ਉਹਦਾ ਬੱਚੇ ਸੀ, ਇੱਕ ਬੱਚੇ ਦੇ ਬਾਰੇ ਤੇ ਮੈਂ ਖਾਸ ਤੌਰ ਤੇ ਜਾਣਦਾ, ਰਣਜੀਤ ਸਿੰਘ ਦੇ ਪਾਸ ਛੱਡ ਗਿਆ। ਤੇ ਫਿਰ ਉਹਦੀ ਰਣਜੀਤ ਸਿੰਘ ਦੀ ਵਾਈਫ ਉਹਨੂੰ ਇਹ ਕਹਿ ਰਹੀ ਸੀਗੀ ਕਿ ਤੂੰ ਬੇਗਮ ਕਿ ਤੂੰ ਮੇਰੇ ਪਤੀ ਨੂੰ ਛਡਾਓ ਤੂੰ, ਲੇਕਿਨ ਜਿਹੜਾ ਉਹ ਕੋਹੇ ਨੂਰ ਹੀਰਾ ਸੀਗਾ ਉਹ ਉਹਦੀ ਬੇਗਮ ਦੇ ਕੋਲ ਸੀਗਾ, ਜਿਹੜੀ ਕਿ ਰਣਜੀਤ ਸਿੰਘ ਦੇ ਹਵਾਲੇ। ਰਣਜੀਤ ਸਿੰਘ ਨੇ ਆਪਣੇ ਧਰਮ ਦੀ ਸਹੁੰ ਚੁੱਕ ਕੇ ਉਹਦੀ ਰੱਖਿਆ ਕਰਨ ਦੇ ਲਈ ਉਹਨੂੰ ਰੱਖਿਆ ਸੀਗਾ ਕੋਲ, ਤੇ ਰਣਜੀਤ ਸਿੰਘ ਦੀ ਇਹ ਨਜ਼ਰ ਹੋ ਗਈ ਕਿ ਇਹ ਜਿਹੜਾ ਹੀਰਾ ਹੈਗਾ ਉਹ ਮੈਨੂੰ ਮਿਲਣਾ ਚਾਹੀਦਾ। ਠੀਕ ਹੈ ਜੀ। ਰਣਜੀਤ ਸਿੰਘ ਨੇ ਉਹਨੂੰ ਛਡਾ ਕੇ ਕਾਬਲ ਚੋਂ ਹੈਲੋ ਠੀਕ ਹੈ ਜੀ ਸਾਡੇ ਕੋਲ ਜਿਹੜਾ ਸਮਾਂ ਸੀਮਤ ਹੁੰਦਾ ਜੀ ਇਸ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਜਿਹੜਾ ਆਪਣੇ ਜਿਹੜਾ ਮੇਨ ਗੱਲ ਸੀਗੀ ਉਹ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਜਿਹੜੇ ਚਾਹੁੰਦੇ ਹੋ। ਸਾਡੇ ਕੋਲ ਜਿਹੜਾ ਜੀ ਸਮਾਂ ਸਮਾਪਤ ਹੋ ਰਿਹਾ ਜੀ ਇਸ ਸਮੇਂ, ਤੇ ਜਿਹੜਾ ਆ ਸਾਡੇ ਕੋਲ ਜਿਹੜਾ ਬਿਲਕੁਲ ਸਮਾਂ ਸਮਾਪਤ ਹੁੰਦਾ, ਤੇ ਸਾਡੇ ਦਰਸ਼ਕਾਂ ਨੂੰ ਵੀ ਜਿਹੜੀ ਆ ਮੈਂ ਇਹ ਰਿਕੁਐਸਟ ਕਰਨਾ ਚਾਹਾਂਗਾ ਕਿ ਜਿਹੜਾ ਆ ਵੀ ਸਾਡੇ ਨਾਲ ਜਿਹੜੀ ਆ ਸਿਰਫ ਵਿਚਾਰ ਤੇ ਮੁੱਦੇ ਤੇ ਜਿਹੜੀ ਆ ਉਹ ਗੱਲ ਕੀਤੀ ਜਾਵੇ ਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਜਿਹੜਾ ਆ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਆ ਕਿਸੇ ਵੀ ਕੰਟਰੋਵਰਸੀ ਕੀਤੀ ਜਾਵੇ ਜਾਂ ਕਿਸੇ ਵੀ ਤਰੀਕੇ ਦੇ ਨਾਲ। ਜਿਸ ਤਰ੍ਹਾਂ ਰੋਹਿਤ ਜੀ ਹੁਣੇ ਦਰਸ਼ਕਾਂ ਦੇ ਨਾਲ ਆਪਾਂ ਗੱਲਬਾਤ ਸਾਂਝੀ ਕੀਤੀ ਸੀਗੀ ਕਿ ਜਿੱਥੇ ਤਰੁੱਟੀਆਂ ਲੱਗਦੀਆਂ ਉੱਥੇ ਉਸ ਨੂੰ ਸਹੀ ਕੀਤਾ ਜਾਵੇ, ਜਾਂ ਜਿੱਥੇ ਸਹੀ ਜਿਹੜੇ ਰਿਵਿਊਵਰਸ ਨੇ ਉਹ ਸਾਨੂੰ ਜਿਹੜੀ ਆਪਣੀ ਵਧੀਆ ਜਿਹੜੀ ਆ ਰਾਏ ਉਹ ਦੇ ਸਕਦੇ ਨੇ। ਸੋ ਮੈਂ ਇਸੇ ਕਰਕੇ ਜਿਹੜਾ ਆ ਸਾਰੇ ਵਿਊਵਰਸ ਨੂੰ, ਸਰੋਤਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਸਾਡੇ ਕੋਲ ਸਮਾਂ ਜਿਹੜਾ 45 ਮਿੰਟ ਦਾ ਹੁੰਦਾ, ਜਿਸ ਦੇ ਵਿੱਚ ਵੀ ਛੋਟਾ ਮੋਟਾ ਜਿਹੜਾ ਅੰਤਰਾਲ ਸਾਡਾ ਆਉਂਦਾ ਆ, ਤੇ ਅਸੀਂ ਇਹ ਚਾਹੀਏ ਵੀ ਜਿੰਨਾ ਲਾਹਾ ਲੈ ਸਕੀਏ ਅਸੀਂ, ਠੀਕ ਹੈ ਨਾ, ਇਸ ਪ੍ਰੋਗਰਾਮ ਦੇ ਰਾਹੀਂ, ਚਾਹੇ ਗੁਰਮਤਿ ਦੀਆਂ ਗੱਲਾਂ ਤੋਂ ਲੈ ਸਕੀਏ, ਚਾਹੇ ਜਿਹੜਾ ਕਿਸੇ ਵੀ ਇਤਿਹਾਸਿਕ ਘਟਨਾ ਤੋਂ ਲੈ ਸਕੀਏ, ਤੇ ਅਸੀਂ ਜਿਹੜੀ ਆ ਜਾਣਕਾਰੀ ਸਾਂਝੀ ਕਰਕੇ ਜਿਹੜਾ ਲਾਹਾ ਲਈਏ, ਤਾਂ ਕਿ ਸਾਡੇ ਜੀਵਨ ਦੇ ਵਿੱਚ ਜਿਹੜਾ ਆ ਸਾਨੂੰ ਉਤਾਰ ਚੜਾਅ ਜਿਹੜੇ ਆਉਂਦੇ ਨੇ ਸਾਡੇ ਉਹਨਾਂ ਤੋਂ ਜਿਹੜੀ ਆ ਸਾਨੂੰ ਸਿੱਖ ਮਿਲ ਸਕੇ। ਇਹ ਨਹੀਂ ਆ ਕਿ ਹਾਂ ਅਸੀਂ ਪੁਰਾਣੀਆਂ ਗੱਲਾਂ ਨੂੰ ਜਿਹੜਾ ਆ ਵਿਰੋਧੀ ਧਿਰ ਹਜੇ ਵੀ ਸਾਡੇ ਜਿਹੜਾ ਆ ਇਤਿਹਾਸ ਦੇ ਵਿੱਚ ਤੋੜ ਮਰੋੜ ਕਰਦਾ ਆ, ਇਤਿਹਾਸ ਨੂੰ ਜਿਹੜਾ ਆ ਤੋੜ ਮਰੋੜ ਕੇ ਪੇਸ਼ ਕਰਦਾ ਆ। ਅੱਜ ਕੱਲ੍ਹ ਜਿਹੜਾ ਸਾਡੇ ਸਿਰਮੌਰ ਜਿਹੜੀਆਂ ਜਥੇਬੰਦੀਆਂ ਨੇ ਕਹਿ ਸਕਦੇ ਆਪਾਂ, ਉਹਨਾਂ ਨੇ ਵੀ ਜਿਹੜਾ ਸਾਡੇ ਨਾਲ ਧੋਖਾ ਕੀਤਾ ਆ, ਉਹਨਾਂ ਦੇ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ ਦੇ ਵਿੱਚ ਜਿਹੜੀ ਆ ਮਿਲਾਵਟ ਪਾਈ ਜਾਂਦੀ ਆ, ਤੇ ਅਸੀਂ ਕਿਸੇ ਦੀ ਵੀ ਜਿਹੜਾ ਆ ਇਤਿਹਾਸ ਨੂੰ ਉਸ ਨੂੰ ਜਿਹੜਾ ਆ ਅਪਣਾ ਨਹੀਂ ਸਕਦੇ ਜਿੰਨਾ ਚਿਕਰ ਸਾਡੇ ਜਿਹੜੇ ਆ ਸਾਡੇ ਬੁੱਧੀਜੀਵੀ ਜਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਪੰਥ ਦੇ ਜਿਹੜੇ ਹੀਰੇ ਨੇ, ਕੌਮ ਦੇ ਜਿਹੜੇ ਵਿਦਵਾਨ ਨੇ, ਉਹਨਾਂ ਵੱਲੋਂ ਜਿਹੜੀ ਆ ਉਹ ਰਚੇਤਾ ਕੀਤੀਆਂ ਗਈਆਂ ਸਾਖੀਆਂ ਜਾਂ ਇਤਿਹਾਸ
ਨਾ ਜਿਹੜੇ ਉਹ ਸਾਨੂੰ ਜਿਹੜੇ ਅਸੀਂ ਉਹਨਾਂ ਨੂੰ ਜਿਹੜਾ ਪੜ੍ਹੀ ਅਸੀਂ ਉਹਨਾਂ ਨੂੰ ਜਿਹੜੀ ਆ ਉਹਨਾਂ ਨੂੰ ਮਾਨਤਾ ਦੇ ਸਕਦੇ ਆ। ਮਿਲਾਵਟ ਬਹੁਤ ਹੋ ਰਹੀ ਆ। ਗੁਰਬਿਲਾਸ ਪਾਤਸ਼ਾਹ 6ਵੀਂ ਦੇ ਵਿੱਚ ਤੁਸੀਂ ਕੀ ਕੁਛ ਨਹੀਂ ਦੇਖਿਆ। ਜੇ ਹੁਣ ਅਸੀਂ ਗੱਲ ਕਰੀਏ ਜਿਹੜਾ ਆ ਮੋਹਾਲੀ ਬੋਰਡ ਦੇ ਅੱਗੇ ਧਰਨਾ ਲੱਗਿਆ ਹੋਇਆ ਆ, ਕਿਤਾਬਾਂ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਦਾ ਜਿਹੜਾ ਆ ਕੁਝ ਜਿਹੜੀ ਮਿਲਾਵਟ ਵਾਲੀਆਂ ਚੀਜ਼ਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ। ਸੋ ਇਸ ਕਰਕੇ ਇਹਦੇ ਲਈ ਸਿੱਖ ਜ਼ਿੰਮੇਵਾਰ ਨਹੀਂ ਆ। ਸਾਡੇ ਪਿੱਛੇ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਤੋਂ ਪਹਿਲਾਂ ਦਾ ਵੀ ਜਿਹੜਾ ਮੁਗਲ ਰਾਜ ਆ ਉਹ ਸਾਡਾ ਜਿਹੜਾ ਆ ਉਹ ਵੈਰੀ ਬਣਿਆ ਹੋਇਆ ਸੀ। ਤੇ ਹੁਣ ਜੇ ਅਸੀਂ ਗੱਲ ਕਰੀਏ 19ਵੀਂ ਸਦੀ ਦੇ ਵਿੱਚ ਅੰਗਰੇਜ਼ ਵੀ ਸਾਡੇ ਵੈਰੀ ਹੋਏ ਨੇ। ਫਿਰ ਹੁਣ ਸਾਡੇ ਆਪਣੇ ਜਿਹੜੇ ਆ ਆਪਣੇ ਬਣੇ ਹੋਏ ਸਾਡੇ ਆਪਣੇ ਭਰਾ ਬਣੇ ਹੋਏ ਜਿਹੜੇ ਨੇ, ਜਿਹੜੇ ਕਹਿੰਦੇ ਸੀ ਤੁਹਾਨੂੰ ਸਭ ਕੁਝ ਦੇਵਾਂਗੇ ਤੇ ਹੁਣ ਬਾਤ ਕੁਝ ਹੋਰ ਹੈ ਤੇ ਬਾਤ ਕੁਝ ਹੋਰ ਰਹਿ ਗਈ। ਇਦਾਂ ਦੇ ਵੀ ਜਿਹੜੇ ਨੇ ਸਾਡੇ ਵਿੱਚ ਜਿਹੜੀਆਂ ਨੇ ਜਿਹੜੇ ਮਿਲਾਵਟਾਂ ਹੁੰਦੀਆਂ ਜਾ ਰਹੀਆਂ ਨੇ। ਤੇ ਇੱਕ ਨਵਾਂ ਤੇ ਤਾਜ਼ਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਗੁਰੂ ਗਗਨਦੀਪ ਸਿੰਘ ਅਨੰਦਪੁਰੀ ਨੂੰ ਦਿਓ ਇਜਾਜ਼ਤ ਤੇ ਰੂਹੀ ਜੀ ਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।